पेश है कहानी जुबान। पेरेंट टीचर मीट ते हरमन दी मम्मी वरिंदर कौर नूं कुछ खास हदायतां कीतियां गईयां। दादी नाल इसदा वक्त बीतदा। आई एम वर्किंग, आई कैन ओनली गिव माई क्वालिटी टाइम टू हिम। वरिंदर कौर ने हरमन दी पंजाबी ना बोलण दी जिम्मेवारी लैंदियां अगे तो ख्याल रखण दा वादा कीता। ड्राइंग रूम विच काले कदमी इधर उधर सोफे दे पिछले पासे कंध तो दरवाजे तक वरिंदर कौर ਚੱਕਰ ਲਗਾਈ ਜਾ ਰਹੀ ਸੀ। ਮੂੰਹ 'ਤੇ ਗੁੱਸਾ ਤੇ ਅਸੰਤੁਸ਼ਟਤਾ ਸੀ। ਬੁੱਲ ਇੱਦਾਂ ਦੇ ਹਾਵ ਭਾਵ ਦੇ ਰਹੇ ਸਨ ਕਿ ਕੋਈ ਸਾਹਮਣੇ ਆਵੇ ਤੇ ਕੁਸੈਲੇ ਬੋਲਾਂ ਨੂੰ ਅਗਲੇ ਦੇ ਕੰਨੀ ਮੜ ਕੇ ਆਪਣੇ ਚਿਹਰੇ ਦਾ ਰੰਗ ਢੰਗ ਦਰੁਸਤ ਕਰੇ, ਜਿਹੜਾ ਲਾਲ ਤੇ ਕਾਲਾ ਰਲ ਕੇ ਮੂੰਹ ਤੇ ਜ਼ੁਬਾਨ 'ਤੇ ਫੈਲਿਆ ਹੋਇਆ ਸੀ। ਵਿੰਦੂ ਵਿੰਦੂ ਕਹਿੰਦਾ ਉਸ ਦਾ ਡਾਕਟਰ ਪਤੀ ਸੁਖਮਨਦੀਪ ਸਿੰਘ ਅੰਦਰ ਆਉਂਦਾ ਹੈ, ਪਰ ਉਹ ਕੋਈ ਜਵਾਬ ਨਹੀਂ ਦਿੰਦੀ। ਤੂੰ ਕੀ ਦਵਾਈਆਂ ਦਾ ਵੱਡਾ ਬਿੱਲ ਆਉਣ ਵੇਲੇ ਮਰੀਜ਼ ਦੇ ਮੂੰਹ ਵਰਗਾ ਮੂੰਹ ਬਣਾਇਆ, ਜਾਂ ਫਿਰ ਟੁੱਟ ਭੱਜ ਗਿਆ ਕੁਝ ਕੰਮ ਵਾਲੀ ਹੱਥੋਂ? ਬਿੱਲ ਵਰਗੀ ਵੱਡੀ ਹਦਾਇਤ ਸੁਣ ਕੇ ਆਈ ਹਾਂ ਹਰਮਨ ਦੇ ਸਕੂਲੋਂ। ਟੁੱਟ ਭੱਜ ਗਿਆ ਮੇਰਾ ਦਿਮਾਗ ਤੇ ਸੁਪਨੇ। ਐਸਾ ਕੀ ਹੋ ਗਿਆ? ਬੜਾ ਬੀਬਾ ਮੇਰਾ ਪੁੱਤ। ਹਾਂ, ਪਰ ਸਮਾਰਟ ਨਹੀਂ। ਤੁਹਾਡਾ ਬੱਚਾ ਸਕੂਲ ਵਿੱਚ ਪੰਜਾਬੀ ਬੋਲਦਾ ਹੈ, ਹਿੰਦੀ ਦੀ ਜਮਾਤ ਵਿੱਚ ਕਾ ਨੂੰ ਕੱਕਾ, ਖਾ ਨੂੰ ਖੱਖਾ ਕਹਿੰਦਾ। ਇਹਦਾ ਐਕਸੈਂਟ ਵੀ ਪੰਜਾਬੀ ਵਾਲਾ ਹੈ। ਵਾਟਰਮੈਲਨ ਨੂੰ ਹਦਵਾਣਾ ਕਹਿ ਰਿਹਾ ਸੀ। ਤੁਸੀਂ ਪਲੀਜ਼ ਘਰ ਇਸ ਦੇ ਨਾਲ ਪੰਜਾਬੀ ਨਾ ਬੋਲਿਆ ਕਰੋ, ਇਹ ਕਿਹਾ ਬੀਬੀ ਪੁੱਤ ਦੀ ਕਲਾਸ ਇੰਚਾਰਜ ਨੇ। ਤੇ ਫਿਰ ਇਹ ਕਿੱਡੀ ਕੁ ਗੱਲ ਹੈ? ਮੇਰੇ ਲਈ ਗੱਲ ਵੱਡੀ ਹੈ। ਪਿਓ ਡਾਕਟਰ, ਮਾਂ M.Com ਪ੍ਰੋਫੈਸਰ ਹੋਵੇ ਤੇ ਮੁੰਡਾ ਬੀਬਾ ਬੱਚਾ ਬਣ ਕੇ ਊੜੇ ਐੜੇ ਵਰਗੀ ਸ਼ਕਲ ਬਣਾ ਕੇ ਸਕੂਲ ਵਿੱਚ ਤੁਰਿਆ ਫਿਰੇ। ਅਸੀਂ ਵੀ ਤਾਂ ਇਹੋ ਬੋਲੀ ਬੋਲ ਕੇ ਜਵਾਨ ਹੋਏ ਤੇ ਇੱਥੋਂ ਤੱਕ ਪਹੁੰਚੇ ਹਾਂ। ਉਹ ਵੇਲੇ ਹੋਰ ਸੀ ਡਾਕਟਰ ਸਾਹਿਬ। ਹੁਣ ਹਰ ਕੋਈ ਹਿੰਦੀ ਬੋਲਦਾ, ਇੰਗਲਿਸ਼ ਬੋਲਦਾ, ਨਹੀਂ ਤਾਂ ਫਿਰ ਅਨਪੜ੍ਹ ਸਮਝੇ ਜਾਓਗੇ। ਮੈਂ ਤਾਂ ਆਪ ਬੋਲਦੀ ਕਾਲਜ ਹਿੰਦੀ ਜਾਂ ਇੰਗਲਿਸ਼, ਨੋ ਪੰਜਾਬੀ। ਕਿੰਨੀ ਨਫ਼ਰਤ ਤੇ ਖਿੱਚ ਹੈ ਤੇਰੀ ਬੋਲੀ ਵਿੱਚ। ਉੱਠ ਕੇ ਕਮਰੇ 'ਚ ਚਲੇ ਜਾਂਦਾ ਹੈ। ਅਫਸੋਸ ਭਰੀ ਸ਼ਿਕਨ ਚਿਹਰੇ 'ਤੇ ਫੈਲ ਜਾਂਦੀ ਹੈ। ਫੈਲ ਜਾਂਦੇ ਨੇ ਉਹ ਪਰਛਾਵੇਂ ਜਿਨ੍ਹਾਂ ਵਿੱਚ ਉਹ ਵੀ ਕਦੇ ਗਵਾਚਾ ਸੀ। ਧੁੰਦਲੇ ਚਿਹਰੇ ਪਰਛਾਵਿਆਂ 'ਚੋਂ ਉੱਭਰਦੇ ਆਪਣੀ ਪਛਾਣ ਕਰਾਉਣ ਲੱਗੇ। ਸ਼ਹਿਰ ਦੇ ਨਾਮੀ ਇੰਗਲਿਸ਼ ਮੀਡੀਅਮ ਸਕੂਲ ਵਿੱਚ ਵੰਨ-ਸੁਵੰਨੇ ਆਧੁਨਿਕ ਪਹਿਰਾਵਿਆਂ ਵਿੱਚ ਸੱਜੀਆਂ ਤੇ ਚੁਸਤ ਤੌਰ ਨਾਲ ਭੱਜੀਆਂ ਫਿਰਦੀਆਂ ਮੈਡਮਾਂ ਦੇ ਚਿਹਰੇ, ਜਿਹੜੀ ਹਰ ਗੱਲ ਅੰਗਰੇਜ਼ੀ ਵਿੱਚ ਹੀ ਕਰਦੀਆਂ, ਜਿਵੇਂ ਉਹ ਇਸ ਧਰਤੀ ਦੀਆਂ ਹੋਣ ਹੀ ਨਾ। ਡੋਂਟ ਟਾਕ ਇਨ ਦਿਸ ਚੀਪ ਲੈਂਗੁਏਜ। ਅੱਜ ਵੀ ਯਾਦ ਹੈ ਰੇਵਤੀ ਮੈਡਮ ਦੀ ਹਿਮਾਕਤ ਭਰੀ ਫਟਕਾਰ, ਜਦੋਂ ਮੈਂ ਆਪਣੀ ਕਲਾਸਮੇਟ ਨਾਲ ਗੱਲ ਕਰ ਰਿਹਾ ਸਾਂ। ਉਸ ਮਗਰੋਂ ਮੈਨੂੰ ਚੁੱਪ ਲੱਗ ਗਈ ਸੀ। ਬਿੰਦੂ ਤੇ ਰੇਵਤੀ ਦਾ ਚਿਹਰਾ ਰਲਗੱਡ ਹੋਇਆ ਲੱਗਾ। ਡਾਕਟਰ ਸੁਖਮਨਦੀਪ ਨੂੰ ਅੱਜ ਫਿਰ ਉਸੇ ਵਰਗੀ ਚੁੱਪ ਲੱਗੀ ਹੋਈ ਸੀ ਤੇ ਖਾਮੋਸ਼ ਸਫ਼ਰ ਤੇ ਮਨ ਨੇ ਚਾਲ ਫੜ ਲਈ। ਸਕੂਲ ਦੀ ਬੱਸ ਵਿੱਚ ਵੀ ਮੈਡਮਾਂ ਪੰਜਾਬੀ ਨਾ ਬੋਲਣ ਦਿੰਦੀਆਂ। ਪਤਾ ਨਹੀਂ ਕਿੱਦਾਂ ਸਕੂਲ 'ਚ ਵੜਦਿਆਂ ਹੀ ਇਹਨਾਂ ਦਾ ਅੰਗਰੇਜ਼ੀ ਹਿੰਦੀ ਵਾਲਾ ਵਾਇਰਸ ਐਕਟਿਵ ਹੋ ਜਾਂਦਾ। ਇੰਨੀ ਨਫ਼ਰਤ ਕਰਦੇ ਨੇ ਇਹ ਲੋਕ ਪੰਜਾਬੀ ਨੂੰ। ਫਿਰ ਵਿੱਚੋਂ ਹੀ ਪਰਛਾਵਿਆਂ ਹੇਠੋਂ ਰੌਸ਼ਨ ਚਿਹਰਾ ਸੁਖਮਨ ਨੂੰ ਦਿਸਦਾ। ਸਿਮਰਨ ਮੈਡਮ, ਸਿਮਰਨ ਮੈਡਮ, ਉਹ ਹੌਲੇ ਜਿਹੇ ਮੁਸਕਰਾਉਂਦਿਆਂ ਬੋਲਦਾ ਹੈ। ਧੁੱਪ ਵਰਗੀ ਸ਼ਖਸੀਅਤ ਤੇ ਪੂਰਾ ਸਾਫ਼ ਗੋਈ ਵਜੂਦ। ਕਿੱਦਾਂ ਖੜੇ ਰਹਿੰਦੇ ਸੀ ਹਰ ਵੇਲੇ ਆਪਣੀ ਬੋਲੀ ਦੀ ਹਿਫਾਜ਼ਤ ਕਰਦੇ। ਸੁਖਮਨ ਨੂੰ ਆਪਣੇ ਮਰੀਜ਼ ਵੀ ਚੇਤੇ ਆਉਂਦੇ, ਜਿਹੜੇ ਰੋਜ਼ ਆਪਣੇ ਅੰਦਾਜ਼ ਵਿੱਚ ਉਹਨੂੰ ਕਿੰਨੇ ਨਵੇਂ ਸ਼ਬਦ ਸਿਖਾ ਜਾਂਦੇ। ਮਰੀਜ਼ਾਂ ਦੀ ਪੀੜ ਨੂੰ ਉਹਨਾਂ ਦੇ ਸ਼ਬਦਾਂ ਵਿੱਚੋਂ ਹੀ ਤਾਂ ਸਮਝਦਾ ਸੀ ਉਹ। ਸਿਮਰਨ ਮੈਡਮ ਦੀ ਪਾਈ ਸ਼ਬਦ ਸਾਂਝ ਉਹਨੂੰ ਅੱਜ ਵੀ ਨਾ ਭੁੱਲਦੀ। ਉਸ ਵੇਲੇ ਸਕੂਲ ਸਟੇਜ 'ਤੇ ਕੀਤੀ ਡਾਕਟਰ ਦੀ ਐਕਟਿੰਗ, ਜਿਸ ਦਾ ਮਰੀਜ਼ ਕਹਿੰਦਾ, ਡਾਕਟਰ ਸਾਹਿਬ ਕੜੱਲਾਂ ਜਿਹੀਆਂ ਪੈਂਦੀਆਂ, ਸਰੀਰ ਵੱਲ ਜਿਹਾ ਨਹੀਂ, ਚਿੱਤ ਵੀ ਘਾਊ ਮਾਊ ਹੋਈ ਜਾਂਦਾ। ਅਤੇ ਮੈਂ ਉਹ ਡਾਕਟਰ ਸਾਂ ਜਿਸ ਨੂੰ ਉਹਦੀ ਗੱਲ ਵਿੱਚੋਂ ਕੋਈ ਮਰਜ਼ ਸਮਝ ਨਾ ਆਈ। ਐਕਟਿੰਗ ਕਰਦਿਆਂ ਨਾਲ ਦੇ ਪਿੰਡ ਦਾ ਡਾਕਟਰ ਬਣਿਆ ਮੁੰਡਾ ਮਰੀਜ਼ ਦਾ ਸਾਰਾ ਮਰਜ਼ ਸਮਝ ਜਾਂਦਾ ਹੈ ਅਤੇ ਨਾਲ ਹੀ ਮੈਨੂੰ ਸਮਝਾਉਂਦਾ ਹੈ ਬੋਲੀ ਕੀ ਆ, ਸਾਡਾ ਆਲਾ ਦੁਆਲਾ, ਸਾਡੀ ਸੋਚ, ਸਾਡੇ ਸਾਹ, ਭਾਸ਼ਾ ਦੀ ਰਮਜ਼ ਸਮਝ ਕੇ ਮਰੀਜ਼ ਦਾ ਮਰਜ਼ ਸਮਝ ਆਊ। ਕਿੰਨੇ ਸੋਹਣੇ ਅੰਦਾਜ਼ ਵਿੱਚ ਸਿਮਰਨ ਮੈਡਮ ਨੇ ਭਾਸ਼ਾ ਦਾ ਮਹੱਤਵ ਦੱਸ ਦਿੱਤਾ ਸੀ। ਸੁਖਮਨ ਦੇ ਚਿਹਰੇ 'ਤੇ ਆਦਰ ਭਰੀ ਮੁਸਕਾਨ ਫੈਲ ਗਈ। ਬਿੰਦੂ ਦੀ ਪੰਜਾਬੀ ਨਾਲ ਨਾਪਸੰਦਗੀ ਉਹਨੂੰ ਕਿੰਨੇ ਸਾਲ ਪਿੱਛੇ ਲੈ ਗਈ। ਬਿੰਦੂ ਵਰਗੇ ਹੀ ਤਾਂ ਸੀ ਰਾਗਨੀ ਮੈਡਮ ਵੀ। ਅਰੇ ਇਹ ਲੈ ਲਓ ਪੰਜਾਬੀ ਕਾ ਨਿਊਜ਼ਪੇਪਰ, ਇਸਸੇ ਸਾਫ਼ ਕਰ ਲਓ। ਜਦ ਰਿਸੈਪਸ਼ਨ 'ਤੇ ਖੜੇ ਹੋਏ ਪਾਣੀ ਦੀ ਬੋਤਲ ਮੇਰੇ ਹੱਥੋਂ ਛੁੱਟ ਗਈ ਸੀ ਅਤੇ ਰਿਸੈਪਸ਼ਨ ਕਾਊਂਟਰ 'ਤੇ ਪਿਆ ਅੰਗਰੇਜ਼ੀ ਅਖਬਾਰ ਮੈਡਮ ਦੇ ਕਹਿਣ 'ਤੇ ਸਾਫ਼ ਕਰਨ ਲਈ ਚੁੱਕਿਆ। ਛੇਤੀ ਹੀ ਇਹ ਰਹਿਣੇ ਦੋ ਇੰਗਲਿਸ਼ ਦਾ ਪੇਪਰ ਅਤੇ ਲਾਗੇ ਪਏ ਰੈਕ ਵਿੱਚੋਂ ਪੰਜਾਬੀ ਦਾ ਅਖਬਾਰ ਫੜਾ ਦਿੱਤਾ। ਗੱਲ ਭਾਵੇਂ ਛੋਟੀ ਸੀ,
ਪਰ ਇਹ ਗੱਲ ਬੜੀ ਗਲੀਜ਼ ਲੱਗੀ ਮੈਨੂੰ। ਗੱਲ ਨੂੰ ਹਾਊ ਪਰੇ ਕਰ ਦਿਓ ਤਾਂ ਖੈਰ ਹੈ, ਪਰ ਇਹਨਾਂ ਲੋਕਾਂ ਦੇ ਜ਼ਿਹਨ 'ਚ ਵਸਿਆ ਪੰਜਾਬੀ ਲਈ ਤਿਰਸਕਾਰ ਮੇਰੀ ਆਤਮਾ ਨੂੰ ਝੰਜੋੜ ਜਾਂਦਾ ਸੀ ਅਤੇ ਪਲ ਛਿਣ 'ਚ ਹੀ ਉਹ ਮੇਰੇ ਦਿਲ ਤੋਂ ਕਿੰਨੇ ਦੂਰ ਹੋ ਜਾਂਦੇ ਨੇ। ਬੱਚੇ ਜੇ ਦਿਲ ਦੀਆਂ ਗੱਲਾਂ ਕਰਦੇ ਤਾਂ ਸਿਮਰਨ ਮੈਡਮ ਨਾਲ। ਇੱਕ ਪਾਸੇ ਸਾਰਾ ਸਕੂਲ ਇੱਕੋ ਜਿਹੀ ਜ਼ਹਿਨੀਅਤ ਰੱਖਣ ਵਾਲਾ ਅਤੇ ਦੂਜੇ ਪਾਸੇ ਇਕੱਲੇ ਸਿਮਰਨ ਮੈਡਮ ਇਹਦੀ ਸ਼ਾਨ 'ਚ ਗੁਸਤਾਖੀ ਕਰਨ ਵਾਲਿਆਂ ਨਾਲ ਨਿਪਟਦੇ ਰਹਿੰਦੇ। ਮੈਮ ਤੁਸੀਂ ਕਹਿੰਦੇ ਹੋ ਪੰਜਾਬੀ ਸਾਡੀ ਮਾਂ ਬੋਲੀ ਹੈ, ਪਰ ਸਕੂਲ ਵਾਲੇ ਕਹਿੰਦੇ ਬੋਲੋ ਨਾ। 2-3 ਬੱਚੇ ਪੰਜਾਬੀ ਦੀ ਜਮਾਤ ਵਿੱਚ ਆਵਾਜ਼ ਉਠਾਉਂਦੇ ਹਨ। ਕਈ ਵਾਰ ਅਜਿਹੇ ਸਵਾਲਾਂ ਦੇ ਜਵਾਬ ਦੇਣੇ ਉਹਨਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਾ ਹੁੰਦੇ। ਬੜੇ ਤੋਲ ਮੋਲ ਨਾਲ ਫਿਰ ਜਵਾਬ ਦਿੰਦੇ, ਗੱਲ ਇੱਦਾਂ ਹੀ ਬੱਚਿਓ ਕਿ ਤੁਸੀਂ ਅੰਗਰੇਜ਼ੀ ਮੀਡੀਅਮ ਸਕੂਲ 'ਚ ਪੜ੍ਹ ਰਹੇ ਹੋ, ਅੰਗਰੇਜ਼ੀ ਤੁਹਾਨੂੰ ਚੰਗੀ ਤਰ੍ਹਾਂ ਆ ਜਾਵੇ, ਉਹਨਾਂ ਦਾ ਮਕਸਦ ਸਿਰਫ ਇੰਨਾ ਹੈ। ਪੰਜਾਬੀ ਤਾਂ ਤੁਹਾਡੀ ਮਾਂ ਬੋਲੀ ਹੈ, ਇਹ ਤਾਂ ਤੁਸੀਂ ਸਿੱਖ ਹੀ ਲੈਣੀ ਹੈ। ਮੈਮ ਇੱਕ ਦਿਨ ਸ਼ਰੂਤੀ ਮੈਮ ਦੀ ਐਡਜਸਟਮੈਂਟ ਲੱਗੀ ਸੀ ਅਤੇ ਤੁਹਾਡੇ ਪੀਰੀਅਡ ਵਿੱਚ, ਅਤੇ ਅਸੀਂ ਨਾਟਕ ਬਾਰੇ ਗੱਲ ਕਰ ਰਹੇ ਸੀ, ਡਾਇਲੋਗ ਬੋਲ ਰਹੇ ਸੀ। ਮੈਮ ਕਹਿੰਦੇ ਇਹ ਪੇਂਡੂ ਗਵਾਰਾਂ ਦੀ ਭਾਸ਼ਾ ਹੈ, ਸਪੀਕ ਇਨ ਇੰਗਲਿਸ਼ ਨਹੀਂ ਤਾਂ ਰੈੱਡ ਕਾਰਡ ਇਸ਼ੂ ਕਰਤੀ ਹੂੰ ਮੈਂ। ਬੱਚੇ ਹੁਬ ਕੇ ਸਿਮਰਨ ਮੈਡਮ ਨੂੰ ਦੱਸ ਰਹੇ ਸਨ। ਉਹਨਾਂ ਨੂੰ ਪਤਾ ਸੀ ਕਿ ਇਸ ਮਾਮਲੇ 'ਚ ਸਾਡੀ ਸੁਣਵਾਈ ਹੋਰ ਕਿਸੇ ਨੇ ਨਹੀਂ ਕਰਨੀ। ਨਹੀਂ ਬੱਚੇ, ਇਹ ਸਾਹਿਤਕਾਰਾਂ ਦੀ ਭਾਸ਼ਾ ਹੈ, ਸੂਫੀਆਂ ਦੀ ਕਲਮ ਦੀ ਸ਼ੋਅ ਹੈ, ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਬਹੁਤ ਅਮੀਰ ਹੈ ਇਹ ਬੋਲੀ। ਵਿੰਦੂ ਨੂੰ ਇਹ ਗੱਲਾਂ ਕਿਵੇਂ ਸਮਝਾਈਆਂ ਜਾਣ? ਹਰਮਨ ਤਾਂ ਟੁੱਟ ਜਾਵੇਗਾ, ਦੋਹਰੇ ਮਾਪਦੰਡਾਂ ਵਿੱਚ ਪੀਸਿਆ ਜਾਵੇਗਾ। ਹਰਮਨ ਦੇ ਵਧਣ ਵਿਗਸਣ ਦਾ ਵੇਲਾ ਹੈ, ਦਾਦੀ ਦੀ ਛਾਂ ਹੇਠੋਂ ਖਿੜ ਰਿਹਾ ਹੈ। ਡਾਕਟਰ ਸੁਖਮਨ ਫਿਕਰਮੰਦ ਸੀ, ਆਪ ਉਸ ਦੀਆਂ ਕਾਪੀਆਂ ਕਿਤਾਬਾਂ ਚੈੱਕ ਕਰਦਾ ਹੈ। ਹਰਮਨ ਦੀ ਡਾਇਰੀ 'ਤੇ 2 ਦਿਨ ਪੁਰਾਣਾ ਨੋਟ ਸੀ ਕਿ ਪੰਜਾਬੀ ਅਤੇ ਫ੍ਰੈਂਚ ਵਿੱਚੋਂ ਕੋਈ ਇੱਕ ਭਾਸ਼ਾ ਸਕੂਲ ਵਿੱਚ ਪੜ੍ਹਾਈ ਜਾਵੇਗੀ। ਵਰਿੰਦਰ ਦੇ ਦਸਤਖਤ ਹੇਠ ਫ੍ਰੈਂਚ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਸੀ। ਹਰਮਨ ਦੇ ਟੀਚਰ ਨੂੰ ਫੋਨ ਕਰਕੇ ਸੁਖਮਨ ਉਹਦੀ ਆਪਸ਼ਨ ਬਦਲਵਾ ਦਿੰਦਾ ਹੈ। ਵਰਿੰਦਰ ਫਿਰ ਤਿਲ ਮਿਲਾਉਂਦੀ ਹੈ, ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ, ਇਹ ਖੂਹ ਦੇ ਡੱਡੂ ਪੰਜਾਬੀ ਪਿਆਰ 'ਚੋਂ ਹੀ ਨਹੀਂ ਨਿਕਲੇ ਹਾਲੇ ਤੱਕ। ਜਦੋਂ ਫ੍ਰੈਂਚ ਦੀ ਲੋੜ ਪਊ ਉਹ ਵੀ ਸਿੱਖੀ ਜਾਊ, ਸੁਖਮਨ ਆਪਣਾ ਪੱਖ ਰੱਖਦਾ। ਫ੍ਰੈਂਚ ਦੀ ਹੀ ਲੋੜ ਪੈਣੀ ਹੈ, ਵਿੰਦੂ ਆਪਣੀ ਸੋਚ ਨੂੰ ਜ਼ੁਬਾਨ ਦਿੰਦੀ। ਦੁਨੀਆ ਕਿਤੇ ਜਿਹੜੀ ਪਹੁੰਚੀ ਹੈ, ਜ਼ਰਾ ਧਿਆਨ ਨਾਲ ਉਹਨਾਂ ਦੀ ਬਾਇਓਗ੍ਰਾਫੀ ਪੜ੍ਹੋ। ਬਹੁਤੇ ਇੰਟਲੈਕਚੁਅਲ ਆਪਣੀ ਮਾਂ ਬੋਲੀ ਨੂੰ ਨਾਲ ਲੈ ਕੇ ਚੱਲੇ ਅਤੇ ਜ਼ਿੰਦਗੀ ਦੇ ਬਹੁਤੇ ਤਜਰਬੇ ਆਪਣੇ ਆਲੇ ਦੁਆਲੇ 'ਚੋਂ ਸਿੱਖੇ ਅਤੇ ਮੁਸੀਬਤਾਂ ਦੇ ਹੱਲ ਵੀ। ਹੋ ਗਿਆ ਲੈਕਚਰ ਸ਼ੁਰੂ। ਜਦੋਂ ਬਾਹਰ ਜਾਣਾ ਤਾਂ ਉੱਥੇ ਪੰਜਾਬੀ ਨਾਲ ਚੁੱਕੀ ਫਿਰੋ। ਤੁਸੀਂ ਨਹੀਂ ਕਿਸੇ ਪਾਸੇ ਲੱਗਣ ਦੇਣਾ। ਰੁਜ਼ਗਾਰ 'ਤੇ ਨਹੀਂ ਨਾ ਮਿਲਣ ਲੱਗਾ ਤੁਹਾਡੀ ਸੋ ਕਾਲਡ ਮਿੱਠੀ ਬੋਲੀ ਬੋਲ ਪੜ੍ਹ ਕੇ। ਰੁਜ਼ਗਾਰ 'ਤੇ ਭਾਵੇਂ ਮਿਲ ਜਾਵੇ, ਪਰ ਕਿਰਦਾਰ ਵੀ ਨਹੀਂ ਬਣਨਾ ਮਾਂ ਬੋਲੀ ਦਾ ਨਿੱਘ ਬਾਣੇ ਬਗੈਰ। ਸੁਖਮਨ ਭਾਵੁਕਤਾ ਵਸ ਤਨਜ ਕਰਦਾ ਹੈ। ਇੰਨੀਆਂ ਫੀਸਾਂ ਭਰੀ ਦੀਆਂ, ਪੰਜਾਬੀ ਸਿਖਾਉਣ ਨੂੰ ਕਰ ਰਹੇ ਆ ਇੰਨਾ ਖਰਚ। ਡਾਕਟਰ ਹੋ ਕੇ ਵੀ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ। ਨਹੀਂ ਬੋਲਣੀ ਤੇ ਹਿੰਦੀ 'ਚ ਗੱਲ ਕਰਿਆ ਕਰੋ ਬੱਚੇ ਨਾਲ, ਨਹੀਂ ਤੇ ਨਾ ਕਰਿਆ ਕਰੋ। ਮੂੰਹ ਵੱਟ ਕੇ ਵਿੰਦੂ ਬਾਹਰ ਚਲੀ ਜਾਂਦੀ ਹੈ। ਜਦੋਂ ਭਿੱਟ ਜਾਏ ਬੁੱਧ ਤੇ ਨਹੀਂ ਰਹਿੰਦੀ ਸੁੱਧ, ਫਜ਼ੂਲ ਬਹਿਸ ਤੋਂ ਦੁਖੀ ਹੋ ਸੁਖਮਨ ਮੱਥੇ 'ਤੇ ਹੱਥ ਮਾਰਦਾ ਹੈ। ਹਰਮਨ ਨੂੰ ਵੀ ਸਿਮਰਨ ਮੈਡਮ ਵਰਗੀ ਟੀਚਰ ਦੀ ਲੋੜ ਹੈ। ਸੁਖਮਨ ਆਪਣੇ ਭਵਿੱਖ ਤੋਂ ਸੰਤੁਸ਼ਟ ਤੇ ਖੁਸ਼ ਸੀ। ਕਾਮਯਾਬੀ ਦਾ ਸਿਹਰਾ ਸਿਮਰਨ ਮੈਡਮ ਦੇ ਸਿਰ ਬਣਦਾ ਹੈ ਅਤੇ ਇਸੇ ਫਿਕਰ ਵਿੱਚ ਉਹ ਹਰਮਨ ਦੀ ਪੰਜਾਬੀ ਟੀਚਰ ਹਰਿੰਦਰ ਕੌਰ ਨੂੰ ਮਿਲਦਾ ਹੈ। ਡਾਕਟਰ ਸੁਖਮਨ, ਸਾਨੂੰ ਤੁਹਾਡੇ ਵਰਗੇ ਪੇਰੈਂਟਸ ਦੀ ਹਰ ਵੇਲੇ ਲੋੜ ਹੈ ਅਤੇ ਹਰਮਨ ਵਰਗੇ ਬੱਚੇ ਸਾਡਾ ਮਾਣ। ਸੁਖਮਨ ਸਿਮਰਨ ਮੈਡਮ ਦਾ ਜ਼ਿਕਰ ਵੀ ਕਰਦਾ ਹੈ ਅਤੇ UNO ਰਿਪੋਰਟ ਦੀ ਭਵਿੱਖਬਾਣੀ ਅਤੇ ਫਿਕਰ ਵੀ ਜ਼ਾਹਿਰ ਕਰਦਾ ਹੈ ਕਿ ਪੰਜਾਬੀ ਸੱਚਮੁੱਚ ਖਤਮ ਹੋ ਜਾਵੇਗੀ। ਇਹ ਮਰ ਰਹੀਆਂ ਭਾਸ਼ਾਵਾਂ ਦੀ ਲਿਸਟ ਵਿੱਚ ਸ਼ੁਮਾਰ ਕੀਤੀ ਗਈ ਹੈ। ਜਦ ਤੱਕ ਕਿ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਰਹੇਗੀ, ਕਦੇ ਨਹੀਂ ਮੁੱਕ ਸਕਦੀ। ਹਰਿੰਦਰ ਮੈਡਮ ਦੀ ਆਵਾਜ਼ ਵਿੱਚ ਸਥਿਰਤਾ ਸੀ ਅਤੇ ਹੁਣ ਸਭ ਤੋਂ ਪਹਿਲਾਂ ਫ੍ਰੈਂਚ ਵਾਲਾ ਕੀੜਾ ਬਾਹਰ ਕੱਢਣਾ ਹੈ। 1 ਤੋਂ 10ਵੀਂ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦਾ ਕਾਨੂੰਨ ਹੈ, ਬਸ ਲਾਗੂ ਹੋਣ ਦੀ ਦੇਰ ਹੈ। ਹਰਿੰਦਰ ਹੁਣ ਸੰਤੁਸ਼ਟ ਸੀ, ਲੋੜ ਤਾਂ ਅਸਲ ਵਾਰਸਾਂ ਦੇ ਜਾਗਣ ਦੀ ਹੈ। ਲੋਹੜੀ ਵਾਲੇ ਦਿਨ ਸਕੂਲ ਵਿੱਚ ਗਿੱਧੇ ਟੱਪੇ ਵਾਲਾ ਮਾਹੌਲ ਜਿਹਾ ਬਣ ਗਿਆ ਸੀ ਅਤੇ ਪ੍ਰਿੰਸੀਪਲ ਨੇ ਹਰਿੰਦਰ ਮੈਮ ਨੂੰ ਕਿਹਾ, ਇੱਕ ਬੋਲੀ ਇੰਗਲਿਸ਼ ਮੇਂ ਵੀ ਡਾਲ ਦਿਓ। ਹਰਿੰਦਰ ਦੀ ਜਵਾਬੀ ਮੁਸਕਰਾਹਟ ਵਿਅੰਗਮਈ ਸੀ ਅਤੇ ਉਹ ਹਾਉ ਪਰੇ ਕਰਕੇ ਗੱਲ ਨੂੰ ਫਿਰ ਰੌਣਕਾਂ ਵਿੱਚ ਸ਼ਾਮਲ ਹੋ ਗਈ। ਪਰ ਇਹੋ ਜਿਹੇ ਹੁਕਮਾਂ ਨੂੰ ਹਾਉ ਪਰੇ ਕਰਨਾ ਸਭ ਦੇ ਵੱਸ ਤਾਂ ਨਹੀਂ ਸੀ। ਹੁਕਮ ਅਦੂਲੀ ਮਤਲਬ ਬਾਏ ਫਾਰ ਐਵਰ ਵਾਲਾ ਹਿਸਾਬ ਕਿਤਾਬ ਸੀ। ਤਕੜੇ ਦਾ 70-20-100 ਦੇ ਹਿਸਾਬ ਨਾਲ ਇਹ ਗਾਜ਼ ਹੋਰ ਕਰਮਚਾਰੀਆਂ ਅਤੇ ਦਰਜਾ 4 ਮੁਲਾਜ਼ਮਾਂ 'ਤੇ ਵੀ ਡਿੱਗਦੀ ਰਹਿੰਦੀ। ਅਸੀਂ ਤਾਂ ਅੱਗੇ ਜ਼ਬਾਨ ਨੂੰ ਵਲ ਪਾਪਾ ਔਖੀ ਸੌਖੀ ਮਸਾਂ ਹਿੰਦੀ ਬੋਲਦੀਆਂ ਸੀ ਅਤੇ ਹੁਣ ਇਹ ਅੰਗਰੇਜ਼ੀ ਸਿੱਖਣ ਵਾਲਾ ਟੰਟਾ। ਸਕੂਲ ਵਿੱਚ ਕੰਮ ਕਰਦੀਆਂ ਮੇਡਸ ਆਪਸ ਵਿੱਚ ਗੱਲ ਸਾਂਝੀ ਕਰ ਰਹੀਆਂ ਸਨ। ਉਹਨਾਂ ਵਿੱਚੋਂ ਇੱਕ ਤਾਂ ਅੱਜ ਰੋਈ ਪਈ।
मैडम असीं नहीं सिखनी अंग्रेज़ी, साथों नहीं बोली जाती, असीं नौकरी छड्ड दिंने आ, माड़ी चंगी किते होर मिल जू, मेहनत करनी ते रोटी खानी। रोंदी डुसकदी चुन्नी दे पल्ले नाल अखां पूंझदी ਉਹ अंग्रेज़ी वाली मैडम ਦੇ ਸਾਹਮਣੇ ਹਟਕੋਰੇ ਲੈ ਲੈ ਕਹਿ ਰਹੀ ਸੀ। ਭਾਵਨਾ ਮੈਡਮ ਦਾ ਵੀ ਦਿਲ ਜਿਹਾ ਖਰਾਬ ਹੋ ਗਿਆ। ਉਹ ਤਾਂ ਖੁਦ ਹੁਕਮ ਦੀ ਬੱਦੀ ਸਕੂਲ ਮੇਟਸ ਨੂੰ ਪ੍ਰਿੰਸੀਪਲ ਦੇ ਕਹਿਣ 'ਤੇ ਇਹ ਅੰਗਰੇਜ਼ੀ ਪੜ੍ਹਾਉਣ ਵਾਲਾ ਜ਼ੁਲਮ ਜਿਹਾ ਕਰ ਰਹੀ ਸੀ। ਪ੍ਰਿੰਸੀਪਲ ਨੂੰ ਖਬਤ ਜਿਹੀ ਚੜ੍ਹੀ ਸੀ ਕਿ ਹਰ ਕੋਈ ਸਕੂਲ ਵਿੱਚ ਅੰਗਰੇਜ਼ੀ ਬੋਲੇ। ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ। ਦਿਸ ਇਜ਼ ਇੰਗਲਿਸ਼ ਸਪੀਕਿੰਗ ਕੈਂਪਸ, nobody will talk in other language, especially ਪੰਜਾਬੀ। 10ਵੀਂ ਜਮਾਤ ਪਾਸ ਸਟੋਰ ਕੀਪਰ ਰਾਜੂ ਨੂੰ ਇੱਕ 4-5 ਲਾਈਨਾਂ ਦੀ ਕਵਿਤਾ ਅੰਗਰੇਜ਼ੀ 'ਚ ਤੋਤੇ ਵਾਂਗੂ ਰਟਾ ਕੇ ਸਟੇਜ 'ਤੇ ਚੜ੍ਹਾ ਦਿੱਤਾ ਅਤੇ ਬਾਅਦ ਵਿੱਚ ਪ੍ਰਿੰਸੀਪਲ ਆਪਣੀ ਸਪੀਚ ਵਿੱਚ ਇਫ ਹੀ ਕੈਨ ਸਪੀਕ ਵੈਲ ਵਾਈ ਨਾਟ ਯੂ। ਬੱਚਿਆਂ ਦੇ ਦਿਮਾਗ ਧੋਣ ਦੇ ਵੱਖ-ਵੱਖ ਤਰੀਕੇ ਲੱਭੇ ਜਾਂਦੇ ਅਤੇ ਫਿਰ ਮਨ ਮਰਜ਼ੀ ਦੇ ਰੰਗ ਵਿੱਚ ਰੰਗੇ ਜਾਂਦੇ। ਪੰਜਾਬੀ ਅਧਿਆਪਕ ਨੁੱਕਰੇ ਜਿਹੇ ਲੱਗੇ ਵਿਉਂਤਿਆਂ ਹੋਇਆ ਕੰਮ ਕਰਦੇ ਰਹਿੰਦੇ। ਪਾਠ ਪੜ੍ਹਾਉਣ ਤੋਂ ਲੈ ਕੇ ਪ੍ਰਸ਼ਨ ਉੱਤਰ ਲਿਖਾਉਣ ਤੱਕ ਉਹਨਾਂ ਦੀ ਨੌਕਰੀ ਪੂਰੀ ਹੋ ਜਾਂਦੀ ਸੀ। ਪਰ ਹਰਿੰਦਰ ਅੰਦਰੇ ਅੰਦਰ ਵਿਸਕੋਲਦੀ ਰਹਿੰਦੀ। ਡੋਂਟ ਸਪੀਕ ਇਨ ਪੰਜਾਬੀ ਦੀਆਂ ਹਉਮੈ ਭਰੀਆਂ ਹਦਾਇਤਾਂ ਉਹਨੂੰ ਚੁਭਦੀਆਂ। ਅਜਿਹੇ ਅਨੇਕਾਂ ਤੀਰ ਖਾ ਖਾ ਉਹ ਜ਼ਖਮੀ ਸ਼ੇਰਨੀ ਵਰਗੀ ਹੋ ਗਈ ਸੀ ਅਤੇ ਹੁਣ ਪੰਜਾਬੀ ਦੇ ਹੱਕ ਵਿੱਚ ਥੋੜ੍ਹਾ ਥੋੜ੍ਹਾ ਬੋਲਦੀ ਗਰਜਣ ਵੀ ਲੱਗ ਪਈ। ਹਰ ਜਮਾਤ ਵਿੱਚ ਉਹਨੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਬੀੜਾ ਚੁੱਕ ਲਿਆ। ਛੇਤੀ ਕੀਤਿਆਂ ਉਹਦੇ ਸਾਹਮਣੇ ਡੋਂਟ ਸਪੀਕ ਇਨ ਪੰਜਾਬੀ ਕਹਿਣ ਦੀ ਹਿੰਮਤ ਕੋਈ ਘੱਟ ਹੀ ਕਰਦਾ। ਦੂਜੇ ਪਾਸੇ ਬਾਕੀ ਅਧਿਆਪਕ ਵੀ ਸਕੂਲ ਨਿਯਮਾਂ ਨੂੰ ਪੂਰਾ ਕਰਦੇ ਹੋਏ ਆਪਣੇ ਰਾਹ 'ਤੇ ਚੱਲ ਰਹੇ ਸਨ। ਆਖਰੀ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਾ ਰਹੇ ਨੇ ਉਹ। ਦਿਸ ਇਜ਼ ਇੰਗਲਿਸ਼ ਸਪੀਕਿੰਗ ਕੈਂਪਸ, ਆਲਵੇਜ਼ ਸਪੀਕ ਇਨ ਇੰਗਲਿਸ਼। ਪ੍ਰਿੰਸੀਪਲ ਵੱਲੋਂ ਅਧਿਆਪਕਾਂ ਨੂੰ ਸਖਤ ਹਦਾਇਤ ਸੀ ਸਟਾਫ ਰੂਮ ਵਿੱਚ ਕੋਈ ਵੀ ਹੋਰ ਬੋਲੀ ਨਾ ਬੋਲਣ ਦੀ। ਮਾਪੇ, ਅਧਿਆਪਕ, ਬੱਚੇ ਅਤੇ ਆਲੇ ਦੁਆਲੇ ਦੀ ਫਿਜ਼ਾ ਵੀ ਇਸ ਮਾਹੌਲ ਦੇ ਨਾਲ ਸੀ। ਪਰ ਕੁਝ ਬੱਚੇ ਵੀ ਹਰਿੰਦਰ ਦੀ ਤਰ੍ਹਾਂ ਔਖ ਮਹਿਸੂਸ ਕਰਦੇ। ਹਰਮਨ ਵੀ ਉਹਨਾਂ ਵਿੱਚੋਂ ਇੱਕ ਸੀ। ਹਾਲੇ ਦੂਜੀ ਜਮਾਤ ਵਿੱਚ ਹੀ ਤਾਂ ਪੜ੍ਹਦਾ ਸੀ ਹਰਮਨ। ਸਕੂਲ ਦੇ ਮਾਹੌਲ ਵਿੱਚ ਉਲਝਿਆ ਹੋਇਆ ਚੁੱਪ-ਚਾਪ ਰਹਿਣ ਲੱਗ ਪਿਆ। ਹਿੜ-ਹਿੜ ਕਰਕੇ ਹੱਸਣ ਵਾਲੇ ਦੇ ਮੂੰਹ ਤੋਂ ਮੁਸਕਰਾਹਟ ਵੀ ਗਾਇਬ ਸੀ। ਖੁੱਲ੍ਹੇ ਡੁੱਲੇ ਮਾਹੌਲ ਵਿੱਚ ਪਲੇ ਹਰਮਨ ਨੂੰ ਚੁੱਪ ਜਿਹਾ ਵੇਖ ਕੇ ਉਹਦੇ ਬਾਪ ਡਾਕਟਰ ਸੁਖਮਨ ਦੇ ਦਿਲ ਵਿੱਚ ਕੁਝ ਰੜਕ ਰਿਹਾ ਸੀ ਅਤੇ ਵੰਨ-ਸੁਵੰਨੇ ਮੂੰਹ ਬਣਾ ਕੇ ਉਹਨੂੰ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਖਮਨ ਖਿੜਖਿੜਾ ਕੇ ਹੱਸ ਰਿਹਾ ਸੀ। ਪਾਪਾ ਡੋਂਟ ਲਾਫ ਇਨ ਦਿਸ ਮੈਨਰ ਜਸਟ ਲਾਈਕ ਗੰਵਾਰ। ਗੰਵਾਰ? ਹਾਂਜੀ ਪਾਪਾ, ਜਦੋਂ ਮੈਂ ਜਮਾਤ ਵਿੱਚ ਹੱਸ ਰਿਹਾ ਸੀ तो मैम ने कहा सी मैंने अब से मैं भी हिंदी में बात करूँगा। मैम कहते हैं पढ़े लिखे लोग अंग्रेज़ी और हिंदी में बात करते हैं और हिंदी हमारी राष्ट्रभाषा है। सुखमन फिक्र च लै जाता है। नहीं पुत्तर, इस गल का प्रभाव नहीं लेना। नानक वर्गे चिंतकों ने इस भाषा च गल की है। बहुत मिठी बोली है ये, ते नाले हिंदी साडी राष्ट्रीय भाषा नहीं है। सारियां 22 भाषावां राष्ट्रीय भाषावां हैं। एक ही मैसेज आ गया, पंजाबी सब्जैक्ट विल बी कंपलसरी फ्रॉम 1 to 10 एज पर गवर्नमेंट इंस्ट्रक्शनस। उफ, चंगी भली फ्रेंच 2 साल पढ़ी, हुण फिर पंजाबी ने टंग अड़ा दित्ती विच। वरिंदर फालतू का दुख महसूस कर रही उबल रही सी, पर हरमन खुश सी। शुक्र है हुण पंजाबी पढ़ांगे। यू विल कंटिन्यू इट आउटसाइड। नो, हरमन भी बजिद सी। मम्मा एक गल तां दसो, ਜਦੋਂ ਤੁਸੀਂ ਦਾਦੀ ਨਾਨੀ ਨਾਲ ਗੱਲ ਕਰਦੇ ਹੋ ਤਾਂ ਪੰਜਾਬੀ ਬੋਲਦੇ ਹੋ ਅਤੇ ਫਿਰ ਮੇਰੇ ਨਾਲ ਹਿੰਦੀ ਕਿਉਂ? ਨੋ ਆਰਗੂਮੈਂਟਸ। ਵਰਿੰਦਰ ਚਿੜ ਗਈ ਸੀ। ਇੰਜ ਕਰੀਏ ਬਿੰਦੂ, ਬਈ ਆਪਾਂ ਆਪਣੀ ਜ਼ਮੀਨ ਜਾਇਦਾਦ ਅਤੇ ਪੈਸਾ ਧੇਲਾ ਕੁਝ ਲੋੜਵੰਦ ਲੋਕਾਂ ਦੇ ਨਾਂ ਕਰ ਦਿੰਦੇ ਹਾਂ ਅਤੇ ਕੁਝ ਕਿਸੇ ਟਰਸਟ ਦੇ ਨਾਂ। ਡਾਕਟਰ ਸੁਖਮਨ ਵੀ ਮਾਂ ਪੁੱਤ ਦੀ ਬਹਿਸ ਵਿੱਚ ਸ਼ਾਮਲ ਹੋ ਜਾਂਦਾ ਹੈ। ਕੀ ਮਤਲਬ? ਤੁਹਾਡੇ ਵਿਅੰਗ ਸਮਝ ਨਹੀਂ ਆਉਂਦੇ ਮੈਨੂੰ, ਸਿੱਧੀ ਗੱਲ ਕਰੋ। ਇਕਨੋਮਿਕਸ ਦੇ ਮੈਡਮ ਜੀ, ਜੇ ਬੱਚੇ ਦਾ ਆਪਣੀ ਮਾਂ ਬੋਲੀ 'ਤੇ ਕੋਈ ਹੱਕ ਨਹੀਂ, ਸੱਭਿਆਚਾਰ ਨੂੰ ਵੀ ਭੁਲਾ ਹੀ ਦੇਣਾ ਹੈ, ਤਾਂ ਫਿਰ ਜ਼ਮੀਨ ਜਾਇਦਾਦ 'ਤੇ ਹੱਕ ਕਿਉਂ ਹੋਵੇ? ਉਹ ਵੀ ਬੇਗਾਨੇ ਸਾਂਭ ਲੈਣ। ਇਹ ਕੀ ਗੱਲ ਹੋਈ? ਵਰਿੰਦਰ ਲਾਜਵਾਬ ਜਿਹੀ ਹੋ ਜਾਂਦੀ ਹੈ ਅਤੇ ਹਰਮਨ ਪਿਓ ਦੇ ਮੋਢੇ ਚੜ੍ਹ ਜਾਂਦਾ ਹੈ। ਮੇਲ ਦੇਖੀ ਆਪਨੇ ਹਰਿੰਦਰ ਕੀ? ਸਕੂਲ ਦੀ ਵਾइस प्रिंसिपल ने नवे आए प्रिंसिपल नाल हरिंदर बारे गल छेड़ी। हाँ, ऐसा जज्बा कम ही देखा मैंने। मैं खुद बंगाली हूँ और उसने जिक्र भी किया है इस बात का कि इंटरनेशनल मदर टंग डे बंगालियों की देन है। सर, इस हरिंदर का बहुत सालों से यही हाल है। हर प्रिंसिपल को लेटर लिखती है। पहले हमने इंग्लिश स्पीकिंग के साथ ऑप्शन दी थी, तब भी मुझे नहीं पसंद ऐसी रिजिडिटी। हमने कभी नहीं सुनी इसकी बात, खुद ही लगी रहती है। वाइस प्रिंसिपल नवे प्रिंसिपल को समझा रही सी। रिजिडिटी नहीं है मैम, कॉन्शियस कहो। ऐसे लोग ही एग्जाम्पल सेट करते हैं।
उसने कितनी अच्छी स्टोरी के ज़रिए हमारी आँखें खोली है। जंगल में आग लगी और चिड़ी चुंझ से पानी पा रही थी। बाकी जानवर कहते कि तेरे पानी पाने से जंगल की आग बुझने तो नहीं लगी, पर मेरा ना आग बुझाने वालों में शुमार तो होगा, ये चिड़ी का जवाब था। तो फाइनली मैं फ्रेंच हटाने लगा हूँ। फ्रेंच हट गई तो हरिंदर डट गई अपने फैसलिਆਂ ਤੇ। स्टाफ रूम ਵਿੱਚ मैडमां हरिंदर ਨੂੰ ਵਧਾਈ ਦੇ ਰਹੀਆਂ ਸਨ। ਵਧਾਈਆਂ मैम, की हल्ला करता, फ्रेंच गायब, पंजाबी लाजमी। आहा, बंदा करना चाहे तो सब कुछ हो सकता। वैसे मैनू एक गल दी अज तक समझ नहीं आई हरजीत मैम कि पंजाब के लोग हिंदी क्यों बोलते हैं। सारे इंडिया च साडी ही स्टेट ऐसी है जिसनों अपनी भाषा माड़ी लगती। आ स्टाफ रूम च वेख लो, हमने ऐसा किया वैसा किया, ये डाल दिया, हमने होमवर्क नहीं डाला, सारा दिन डाला डाला करदियां रहिंदियां। बड़ियां भैड़ियां लगदियां मैनू फेक। हरजीत टेबल ते हत्थ मार के हसदी है। सच्ची मैनू हिंदी मजबूरन किसी वेले बोलनी पैंदी, भावें मैं अंग्रेज़ी भी वधिया बोलदी, पर जो मज़ा मैनू पंजाबी बोल के आउंदा वो होर कुछ नहीं। इहो ते गल आ, ये समझदे शायद मैं पंजाबी टीचर हाँ तां करके बोलदी, पर जे मैं साइंस टीचर भी हुंदी तां मैं फिर भी अपनी बोली लिए आवाज़ उठाउंदी। बेअणखे लोग ने, छड्ड इन्हां दी गल। मैम, ये हरमन इंग्लिश क्लास में ओए ओए करता रहता है, पंजाबी बोलता है, आपको तो ठीक ही लगता होगा। सोनिया मैडम पीरियड ला के आउंदी होई बोली। पर इंग्लिश पीरियड च ते अंग्रेज़ी ही बोलनी चाहिए है। वैसे इंग्लिश बोलनी भी आउंदी है उसनूं, यस, पर बहुत ही कैजुअल बिहेवियर है उसका। छड्डो मैम, की लोड़ है इन्ना स्टाइलिश ते फॉर्मल होने दी। जिस दिन ओए ओए खत्म हो गई, नाल होए होए बल्ले बल्ले भी मुक जानी। रूह ना मारो बच्चों की। उंज कसर कोई नहीं छड्ड रहे रूह मारन विच, ना मापे ते ना अध्यापक। लोरियां बारे दस रही सी बच्चों नूं, तो सुनो की जवाब आउंदा। मैम, हमें तो कभी नहीं कहा मम्मा ने, मेरा चन्न लाडला सौवे मेरा लाल। मैंने तो पहली बार सुने आपसे ये वर्ड्स। तो फिर वो की कहंदे ने, गो टू स्लीप माई स्वीट बेबी। मैं लाजवाब सी। हरजीत नूं संबोधित हुंदियां हरिंदर एक होर तौखला साझा करती है। माहौल फिर बदलता है, सरकार डिगदी है तो नवे अहुदेदार वालों स्कूल अध्ययन मगरों चलाई तलवार दा वार फिर पंजाबी ते हुंदा है। हाउ कैन वी इनकरेज द स्टूडेंट्स टू स्पीकिंग इंग्लिश। अध्यापक अपनी समझ अनुसार वध चढ़ सलाहां दिंदे ने। मैम, वी विल गिव स्टार्स टू द स्टूडेंट्स हु आर फ्लुएंट इन इंग्लिश। वी कैन क्रिएट वाल्स फॉर स्पोकन स्टार्स। फोखलियां जिहियां गल्लां सुण सुण हरिंदर दे मन च लज्जत भरी चीस जही उठदी। किते कोई कोशिश माँ बोली नूं ना भुल्लण लई भी होवे। रब्बा, इन्नी हनेर गर्दी, शरेआम जड़ी तेल दिता जा रहा नवीआं नस्लां दे। जे सवेरे प्रार्थना करदे हां सभा च तां अंग्रेज़ी विच, कि रब नूं याद करन लई भी साडी भाषा काबल ने। सब तोते ने। 8वीं जमात दे दीपक दी विचारगी किवें भुल्लां, किन्ना बेबस हो के क्या सी। मैम, तुसीं कहंदे हो घर पंजाबी बोलिया करो, प्रैक्टिस होवेगी, पर मॉम घर भी इंग्लिश ही बोलण नूं कहंदी है। आई एम सो कन्फ्यूजड। ते मेरे कोलों अगे कुछ बोलिया ना गया। की इत्थे मुरदहान वरत गई है मेरे पंजाब विच। कवि मर रही पंजाबी ते कवितावां लिख के सुरखरू हो जाते हैं तो सरकारां वोटां वेले बयान दे के, सवाए मापियां तो कोई साह नहीं पा सकता इहदे विच। कित्थों लभी ये जिंदा रूहां। वो सिम्मियां अखां नूं उत्थे ही डक लैंदी है किते कोई वेख ना लवे। दिल नूं हौसले च करदी आप सावी हुंदी है। अंतर स्कूल मुकाबलिਆਂ 'ਚ पंजाबी भाषण मुकाबले लिए बच्चे चुनने सन। कोई बच्चा ढंग नाल बोल नहीं रहा सी, मुकाबले लिए फिट नहीं आ रहा सी। वट हैपन मैम, वाई इज़ द स्टूडेंट्स हैजिडेंट इन पंजाबी स्पीकिंग। प्रिंसीपल राउंड ते आया, कोल खलो गया सी। हाँ जी सर, वड्डा कारण है इस पिछे। सारा साल स्कूल विच पंजाबी की बेहतरी लिए प्रोग्राम मेरे वार वार अर्ज करन दे बावजूद भी कदे नहीं कराया जाता। ਜਦੋਂ ਕਦੇ ਸਕੂਲ ਦੀ ਸਟੇਜ 'ਤੇ ਉਹਨਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਨਹੀਂ ਮਿਲਦਾ ਤਾਂ ਬਾਹਰਲੇ ਸਕੂਲ ਜਾ ਕੇ ਉਹ ਕਿੱਦਾਂ ਬੋਲਣਗੇ। ਓਕੇ, ਵੀ ਵਿਲ ਡੂ ਇਟ। ਜਵਾਬ ਸੁਣ ਕੇ ਉਡੀਕ ਕਰਦੀ ਰਹਿੰਦੀ ਹਾਂ, ਪਰ ਮੁਕਾਬਲੇ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੁੰਦੇ। ਬਹੁਤੇ ਮਾਂ ਪਿਓ ਵੀ ਬੱਚਿਆਂ ਨੂੰ ਅੰਗਰੇਜ਼ੀ 'ਚ ਭਾਗ ਲੈਣ ਲਈ ਹੀ ਉਤਸ਼ਾਹਿਤ ਕਰਦੇ ਨੇ। ਸੁਖਿੰਦਰ ਦੀ ਆਵਾਜ਼ ਵਿੱਚ ਰੋਹ ਤੇ ਬੇਵਸੀ ਵੇਖ ਕੇ ਵਾਈਸ ਪ੍ਰਿੰਸੀਪਲ ਮੁਸਕੜੀਆਂ ਹੱਸ ਰਹੀ ਸੀ। ਆਪਣਾ ਭਾਈਚਾਰਾ ਵੱਧਦਾ ਤੇ ਸਥਿਤੀ ਮਜ਼ਬੂਤ ਹੁੰਦਿਆਂ ਵੇਖ ਕੇ वो जित महसूस कर रही सी। शुक्रिया।